biggest South Asian media group, Y Media. Hello everyone, my name is Yudhir Jaswal. I'm the group editor at Y Media. Y Media Group ਵੱਲੋਂ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਬਤੌਰ ਗਰੁੱਪ ਐਡੀਟਰ Y Media ਮੈਂ ਯੁਧੀਰ ਜਸਵਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰੰਟ ਨਿਊਜ਼ ਔਰ ਉਹਦੇ ਉੱਤੇ ਐਨਾਲਿਸਿਸ ਲੈ ਕੇ Y Media ਫੋਰਨ ਪਾਲਿਸੀ ਰਿਪੋਰਟ ਦੇ ਵਿੱਚ ਜਿਹੜੀਆਂ ਇਸ ਹਫਤੇ ਕੁਝ ਇੰਪੋਰਟੈਂਟ ਐਕਟੀਵਿਟੀਜ਼ ਹੋਈਆਂ ਨੇ ਉਹ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਦੀ ਹੈ। ਸਭ ਤੋਂ ਪਹਿਲਾਂ ਤੇ ਜਿਹੜੀ ਯੂਐਸ ਇੰਡੀਆ ਕੈਨੇਡਾ ਦੇ ਰਿਲੇਸ਼ਨਸ਼ਿਪ ਉਹਦੇ 'ਚ ਕੁਝ ਨਾ ਕੁਝ ਨਵੀਆਂ ਡਿਵੈਲਪਮੈਂਟਸ ਹੁੰਦੀਆਂ ਰਹਿੰਦੀਆਂ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਇੰਟਰਵਿਊ ਦਿੱਤਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ ਨੇ ਇੰਟਰਵਿਊ ਦੇ ਵਿੱਚ ਦੱਸਿਆ ਕਿ ਆਖਿਰਕਾਰ ਉਹਨਾਂ ਨੇ ਜਿਹੜਾ ਕਦਮ ਚੁੱਕਿਆ ਸੀ ਇਹ ਕਿਉਂ ਚੁੱਕਿਆ ਸੀ, ਕਿਉਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਕਦਮ ਚੁੱਕਿਆ ਸੀ। ਪਹਿਲਾਂ ਇਹ ਵੀਡੀਓ ਦੇਖ ਲੈਂਦੇ ਹਾਂ ਜ਼ਰਾ, ਵੀਡੀਓ ਤੋਂ ਬਾਅਦ ਫਿਰ ਅਸੀਂ ਗੱਲ ਕਰਾਂਗੇ। ਲੈਟਸ ਲਿਸਨ ਟੂ ਦਿਸ ਵੀਡੀਓ ਫਸਟ ਆਫ ਆਲ। They felt that too many Canadians were worried that they were vulnerable. The Sikh community in BC that had been saying from the day after Nijar was murdered onwards that they felt that India or Indian government was possibly behind this, and were worried about who could be next or what could happen next. And we felt that all the quiet diplomacy and all the measures that we put in and we ensured that our security services put in to keep people safe in the community needed a further level of deterrence, perhaps, of saying publicly and loudly, we know or we have credible reasons to believe that the Indian government was behind this, and therefore put a chill on them continuing or considering to do anything like this, that level of public acknowledgement would keep Canadians safer, combined with the fact that it looked like there was going to be a leak on that and it was going to appear in the newspaper, and we wanted to make sure that we were able to get the message out that would reassure Canadians that we were on it, as opposed to anytime something comes out in the newspaper before it comes out in from government saying it, people are like, oh, thank God the newspaper told us about it, because the government wasn't ready to, even though, or taking it seriously. Of course we were taking it. Too many Canadians were worried. ਤੁਸੀਂ ਇਹ ਸਾਰੀ ਗੱਲਬਾਤ ਸੁਣੀ। ਮੈਂ ਇੱਥੇ ਇੱਕ ਤੇ ਵੀਡੀਓ ਪਹਿਲਾਂ ਅਸੀਂ ਹਟਾ ਦਈਏ, ਫਿਰ ਅਸੀਂ ਗੱਲ ਸਟਾਰਟ ਕਰਾਂਗੇ। ਤੁਸੀਂ ਸਾਰੀ ਗੱਲਬਾਤ ਜਿਹੜੀ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ ਦੀ ਜਿਹੜੀ ਹੈ ਸੁਣੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ ਨੇ ਆਪਣੇ ਇਸ ਇੰਟਰਵਿਊ ਦੇ ਵਿੱਚ ਜਿਹੜਾ ਕਿ ਉਹਨਾਂ ਨੇ ਕੈਨੇਡੀਅਨ ਪ੍ਰੈਸ ਨੂੰ ਦਿੱਤਾ ਹੈ, ਕੈਨੇਡੀਅਨ ਪ੍ਰੈਸ ਨੂੰ ਦਿੱਤੇ ਆਪਣੇ ਇਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਆਖਿਰਕਾਰ ਉਹਨਾਂ ਨੇ ਜਾ ਕੇ ਪਾਰਲੀਮੈਂਟ ਦੇ ਵਿੱਚ ਇੰਡੀਆ ਦੇ ਖਿਲਾਫ ਜਿਹੜੀ ਉਹਨਾਂ ਨੇ ਗੱਲ ਕੀਤੀ ਸੀ ਕਿ ਕ੍ਰੈਡੀਬਲ ਐਲੀਗੇਸ਼ਨਸ ਨੇ ਹਰਦੀਪ ਨਿੱਜਰ ਮਰਡਰ ਕੇਸ ਦੇ ਵਿੱਚ। ਆਖਿਰਕਾਰ ਕਿਉਂ ਕਿਹਾ ਉਹਨਾਂ ਨੇ ਐਸਾ, ਸੋ ਇਹਦੇ ਵਿੱਚ ਤੁਸੀਂ ਦੇਖ ਲਿਆ ਹੈ। ਤਸਵੀਰਾਂ ਹੁਣ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਪਿਕਚਰਸ ਅਸੀਂ ਤੁਹਾਨੂੰ ਲਗਾਤਾਰ ਸ਼ੇਅਰ ਕਰਾਂਗੇ, ਅਲੱਗ-ਅਲੱਗ ਕੀ ਡਿਵੈਲਪਮੈਂਟਸ ਹੋਈਆਂ ਨੇ। ਸੋ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੱਸਿਆ ਹੈ ਕਿ ਜਦੋਂ ਹਰਦੀਪ ਨਿੱਜਰ ਹੋਣਾ ਦਾ ਕਤਲ ਹੋਇਆ ਸੀ, ਸੋ ਉਸ ਸਮੇਂ ਹਰਦੀਪ ਨਿੱਜਰ ਹੋਣਾ ਦੇ ਕਤਲ ਦੇ ਵਿੱਚ ਮੈਂ ਇੱਥੇ ਦੱਸਵਾਂ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਇਹ ਕਹਿਣਾ ਸੀਗਾ ਕਿ ਉਹਨਾਂ ਕੋਲ ਕ੍ਰੈਡੀਬਲ ਐਲੀਗੇਸ਼ਨ ਸੀਗੇ ਕਿ ਇਹਦੇ ਪਿੱਛੇ ਕਿਤੇ ਨਾ ਕਿਤੇ ਇੰਡੀਆ ਦਾ ਹੱਥ ਜਿਹੜਾ ਉਹ ਹੋ ਸਕਦਾ ਹੈ। ਸੋ ਉਹਨਾਂ ਕਿਹਾ ਕਿ ਜਦੋਂ ਉਹਨਾਂ ਨੂੰ ਐਸਾ ਲੱਗਾ ਕਿ ਇੰਡੀਆ ਦਾ ਹੱਥ ਇਹਦੇ ਪਿੱਛੇ ਹੋ ਸਕਦਾ, ਇਹਨਾਂ ਕੋਲ ਕ੍ਰੈਡੀਬਲ ਐਲੀਗੇਸ਼ਨ ਸੀਗੇ, ਤੇ ਸਿੱਖ ਕਮਿਊਨਿਟੀ ਨੇ ਵੀ ਉਹਨਾਂ ਨੂੰ ਕੰਸਰਨ ਜਤਾਇਆ ਕਿ ਹੂ ਕੁਡ ਬੀ ਨੈਕਸਟ, ਵੀ ਅਗਲਾ ਬੰਦਾ ਕੋਈ ਹੋਰ ਹੋ ਸਕਦਾ ਹੈ। ਐਸਾ ਟਰੂਡੋ ਸਾਹਿਬ ਦਾ ਕਹਿਣਾ ਸੀਗਾ ਕਿ ਅਗਲਾ ਬੰਦਾ ਕੁਝ, ਤੋਂ ਸਿੱਖ ਕਮਿਊਨਿਟੀ ਨੇ ਕਾਫੀ ਕੰਸਰਨਸ ਜਤਾਏ ਕਿ ਅਗਲਾ ਕਿਹੜਾ ਬੰਦਾ ਹੋ ਸਕਦਾ ਹੈ। ਸੋ ਇਸ ਕਾਰਨ ਕੀ ਹੋਇਆ ਕਿ ਟਰੂਡੋ ਸਾਹਿਬ ਨੇ ਕਿਹਾ ਕਿ ਅਸੀਂ ਇੰਡੀਆ ਦੇ ਨਾਲ ਅਸੀਂ ਜਦੋਂ ਸ਼ਾਂਤਮਈ ਢੰਗ ਨਾਲ ਸਾਰੀ ਗੱਲ ਕਰ ਰਹੇ ਸੀਗੇ, ਡਿਪਲੋਮੈਟਿਕਲੀ ਅਸੀਂ ਸਾਰੀ ਕੋਸ਼ਿਸ਼ਾਂ ਕਰ ਰਹੇ ਸੀ, ਜਦੋਂ ਗੱਲ ਨਹੀਂ ਬਣੀ ਤਾਂ ਵੀ ਹੈਡ ਟੂ ਗੋ ਆਊਟ ਇਨ ਓਪਨ ਜਸਟ ਟੂ ਡੈਟਰ ਇੰਡੀਆ, ਮਤਲਬ ਕਿ ਇੰਡੀਆ ਨੂੰ ਥੋੜ੍ਹਾ ਜਿਹਾ ਪਿੱਛੇ ਧਕੇਲਣ ਲਈ ਕਿ ਰੁਕ ਜਾਓ, ਸਟਾਪ ਕਰਨ ਲਈ, ਤਾਂ ਕਿ ਇੰਡੀਆ ਅੱਗੇ ਤੋਂ ਐਸਾ ਨਾ ਕਰੇ। ਸੋ ਇਸ ਕਾਰਨ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਇਹ ਕਦਮ ਜਿਹੜਾ ਚੁੱਕਿਆ ਹੈ। ਇਹ ਟਰੂਡੋ ਸਾਹਿਬ ਦਾ ਐਸਾ ਕਹਿਣਾ ਹੈਗਾ। ਔਰ ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਹ ਜ਼ਿਕਰ ਕਰ ਚੁੱਕੇ ਨੇ ਕਿ ਜੋ ਅਮਰੀਕਾ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਹੋਣਾ ਦੇ ਬਾਰੇ ਜੋ ਖਬਰ ਆਈ ਹੈ ਕਿ ਯੈਸ ਇੰਡੀਆ ਜੋ ਉਹਨਾਂ ਦੇ ਮਾਮਲੇ ਦੇ ਵਿੱਚ ਇੱਕ ਨਿਊਯਾਰਕ ਦੀ ਅਦਾਲਤ ਦੇ ਵਿੱਚ ਜੋ ਇੱਕ ਮਾਮਲਾ ਬਣਾਇਆ ਜਾ ਰਿਹਾ ਹੈ, ਅਮਰੀਕਾ ਦੇ ਜਿਹੜੀਆਂ ਲਾਅ ਇਨਫੋਰਸਮੈਂਟ ਏਜੰਸੀਜ਼ ਨੇ, ਜਸਟਿਸ ਡਿਪਾਰਟਮੈਂਟ ਹੈਗਾ, DOJ ਡਿਪਾਰਟਮੈਂਟ ਆਫ ਜਸਟਿਸ ਜਿਹੜਾ US ਦਾ, ਉਹੀ ਨਹੀਂ ਇਕੱਲਾ, ਇਹਦੇ 'ਚ FBI ਵੀ ਹੈਗੀ, ਇਹਦੇ 'ਚ ਨਿਊਯਾਰਕ ਪੁਲਿਸ ਡਿਪਾਰਟਮੈਂਟ NYPD ਵੀ ਇਹਦੇ ਵਿੱਚ ਹੈ, FBI ਵੀ ਉਹਦੇ ਵਿੱਚ, ਤਿੰਨ ਤੇ ਏਜੰਸੀਜ਼ ਹੀ ਹੋ ਗਈਆਂ ਨਾ। FBI ਹੈ ਉਹਦੇ ਵਿੱਚ, ਫਿਰ ਡਿਪਾਰਟਮੈਂਟ ਆਫ ਜਸਟਿਸ ਤੇ ਹੈ ਹੀ ਹੈ, ਪਰ ਨਾਲ ਨਿਊਯਾਰਕ NYPD ਹੈ, ਨਿਊਯਾਰਕ ਪੁਲਿਸ ਡਿਪਾਰਟਮੈਂਟ ਵੀ ਹੈ।
ਸੋ ਉਹਨਾਂ ਸਾਰਿਆਂ ਦੇ ਡਾਕੂਮੈਂਟ ਲਗਾ ਕੇ ਨਿਊਯਾਰਕ ਦੀ ਅਦਾਲਤ ਦੇ ਵਿੱਚ ਜੋ ਮਾਮਲਾ ਬਣਾਇਆ ਗਿਆ ਹੈ ਕਿ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਵੀ ਇੰਡੀਆ ਦੇ ਵਿੱਚ ਰਚੀ ਗਈ ਸੀ ਇੱਕ ਸਿਟੀਜ਼ਨ ਦੁਆਰਾ। ਔਰ ਟਰੂਡੋ ਸਾਹਿਬ ਨੇ ਕਿਹਾ ਕਿ ਦੇਖੋ ਇਹ ਸਾਰੀ ਚੀਜ਼ ਹੁਣ ਬਾਹਰ ਆਈ ਹੈ, ਇਹ ਵੀ ਉਹਨਾਂ ਦੀ ਗੱਲ ਨੂੰ ਅਸਲ ਦੇ ਵਿੱਚ ਤੇ ਇਹੀ ਸਾਰੀਆਂ ਚੀਜ਼ਾਂ ਦੇ ਕਨੈਕਸ਼ਨ ਹੀ ਆਏ ਸੀ ਉਸ ਵੇਲੇ। ਜਿਹੜੀ ਉਹ ਚੀਜ਼ ਬਾਹਰ ਆਈ ਹੈ ਕਿ ਜੀ ਉਹ ਗੁਰਪਤਵੰਤ ਸਿੰਘ ਪੰਨੂ ਹੋਣਾ ਦੇ ਕਤਲ ਦੀ ਸਾਜ਼ਿਸ਼, ਔਰ ਇਧਰੋਂ ਇਹ ਜਿਹੜਾ ਹਰਦੀਪ ਨਿੱਜਰ ਆ ਇਹਨਾਂ ਦਾ ਕਤਲ ਹੋਣਾ, ਉਹ ਕਿਆ ਇੱਕ ਹੀ ਜਿਹੜਾ ਐਲੀਗੇਸ਼ਨ ਹੈ ਇਹ ਲੱਗ ਰਹੇ ਨੇ ਜੋ ਨਿਊਯਾਰਕ ਮਾਮਲਾ ਖੁੱਲ੍ਹਿਆ ਹੈ ਕਿ ਉਹ ਸਾਰੀ ਇੱਕ ਹੀ ਜਗ੍ਹਾ ਤੋਂ ਇੰਡੀਆ ਤੋਂ ਔਰ ਇੱਕ ਹੀ ਸ਼ਖਸ ਜਿਹੜਾ ਉਹਨੂੰ ਲੀਡ ਕਰ ਰਿਹਾ ਸੀਗਾ ਜਿਨ੍ਹਾਂ ਨੂੰ ਕਿ ਉਹ CC1 ਕਹਿੰਦੇ ਨੇ। ਸੋ CC1 ਕੌਣ ਹੈ ਉਹਦੇ ਬਾਰੇ ਵੀ ਅੱਗੇ ਗੱਲ ਕਰਾਂਗੇ ਕਿ CC1 ਕੌਣ ਹੈ। ਬਹੁਤ ਸਾਰੇ ਲੋਕ ਗੱਲ ਕਰਦੇ ਨੇ ਕਿ CC1 ਕੌਣ ਹੈ, ਕੌਣ ਹੋ ਸਕਦਾ ਹੈ, ਔਰ ਉਹਨਾਂ ਨੇ ਇੱਕ ਹੋਰ ਸ਼ਖਸ ਨੂੰ ਅੱਗੇ ਹਾਇਰ ਕੀਤਾ ਸੀਗਾ ਲੇਕਿਨ ਉਹ ਸ਼ਖਸ ਅੱਗੇ ਕਿੱਦਾਂ ਗਲਤੀਆਂ ਕਰ ਗਿਆ ਉਹ ਅਸੀਂ ਪਹਿਲਾਂ ਬੜੀ ਵਾਰ ਉਹਦਾ ਜ਼ਿਕਰ ਕਰ ਹੀ ਚੁੱਕੇ ਹਾਂ। ਸੋ ਟਰੂਡੋ ਸਾਹਿਬ ਦਾ ਕਹਿਣਾ ਸੀਗਾ ਕਿ ਜੋ ਕੁਝ US 'ਚ ਆਇਆ ਉਹ ਇਸ ਇੰਟਰਵਿਊ 'ਚ ਨਹੀਂ ਪਹਿਲਾਂ ਦੇ ਉਹਨਾਂ ਨੇ ਜ਼ਿਕਰ ਕਰ ਹੀ ਚੁੱਕੇ ਸੀਗੇ। ਐਲੀਗੇਸ਼ਨਸ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਲਗਾਏ ਸੀਗੇ 18 ਸੈਪਟੈਂਬਰ 2023 ਨੂੰ, 18 ਜੂਨ 2023 ਨੂੰ ਹਰਦੀਪ ਨਿੱਜਰ ਹੋਣਾ ਦਾ ਕਤਲ ਹੋਇਆ ਸੀਗਾ ਔਰ ਉਸ ਤੋਂ ਬਾਅਦ ਹੁਣ ਇਹ ਇਸ ਹਫਤੇ ਸਾਰਾ ਬਿਆਨ ਇਹਨਾਂ ਦਾ ਆ ਗਿਆ। ਇੰਡੀਆ ਲਗਾਤਾਰ ਇਸ ਚੀਜ਼ ਨੂੰ ਡਿਨਾਈ ਕਰਦਾ ਹੈ ਕਿ ਇੰਡੀਆ ਦਾ ਹਰਦੀਪ ਨਿੱਜਰ ਕਤਲ ਮਾਮਲੇ 'ਚ ਕੋਈ ਹੱਥ ਨਹੀਂ ਹੈ। ਗੁਰਪਤਵੰਤ ਸਿੰਘ ਪੰਨੂ ਦੇ ਮਾਮਲੇ 'ਚ ਇੰਡੀਆ ਦਾ ਕਹਿਣਾ ਹੈ ਕਿ ਇੰਡੀਆ ਦੀ ਐਸੀ ਕੋਈ ਪਾਲਿਸੀ ਨਹੀਂ ਹੈ, ਬਟ ਇੰਡੀਆ ਹੁਣ ਇਸ ਮਾਮਲੇ 'ਚ ਇਨਵੈਸਟੀਗੇਸ਼ਨ ਕਰ ਰਿਹਾ ਹੈ। ਸੋ ਇਹ ਤੇ ਸਾਰੀ ਇੱਥੇ ਦੀ ਕੈਨੇਡਾ ਦੀ ਗੱਲ ਹੋ ਗਈ। ਅਮਰੀਕਾ ਦੇ ਵਿੱਚ ਦੇ ਨਾਲ ਰਿਲੇਟਡ ਜਿਹੜੀਆਂ ਲੇਟੈਸਟ ਡਿਵੈਲਪਮੈਂਟਸ ਨੇ, US ਪ੍ਰੈਜ਼ੀਡੈਂਟ ਜੋ ਬਾਈਡਨ ਜਿਹੜੇ ਹੈਗੇ ਨੇ, ਅਸੀਂ ਜ਼ਿਕਰ ਕਰਨਾ ਚਾਹੁੰਦੇ ਹਾਂ ਕਿ US ਪ੍ਰੈਜ਼ੀਡੈਂਟ ਜੋ ਬਾਈਡਨ ਜਿਹੜੇ ਆ ਇੰਡੀਆ ਨਹੀਂ ਜਾ ਰਹੇ। 26 ਜਨਵਰੀ ਨੂੰ ਉਹਨਾਂ ਦੇ ਜਾਣ ਦਾ ਪ੍ਰੋਗਰਾਮ ਬਣਿਆ ਸੀਗਾ ਔਰ ਇਸ ਗੱਲ ਦੀ ਕਨਫਰਮੇਸ਼ਨ ਜਿਹੜੇ US ਐਮਬੈਸਡਰ ਟੂ ਇੰਡੀਆ ਉਹਨਾਂ ਨੇ ਦਿੱਤੀ ਸੀਗੀ ਕਿ ਜੋ ਬਾਈਡਨ ਸਾਹਿਬ ਅਗਲੇ ਸਾਲ 26 ਜਨਵਰੀ ਨੂੰ ਜਿਹੜੀ ਇੰਡੀਆ ਦੇ ਵਿੱਚ ਰਿਪਬਲਿਕ ਡੇ ਪਰੇਡ ਹੋਣੀ ਸੀ। ਹਰ ਸਾਲ ਕੋਈ ਨਾ ਕੋਈ ਇੰਟਰਨੈਸ਼ਨਲ ਲੈਵਲ ਦੇ ਉੱਤੇ ਕਿਸੇ ਨੂੰ ਮੇਨ ਗੈਸਟ ਦੇ ਤੌਰ ਤੇ ਬੁਲਾਇਆ ਜਾਂਦਾ ਹੈ। 2015 'ਚ ਜੇ ਤੁਹਾਨੂੰ ਯਾਦ ਹੋਵੇ ਡੋਨਲਡ ਟਰੰਪ ਸਾਹਿਬ ਸੀਗੇ ਤੇ ਉਸ ਤੋਂ ਬਾਅਦ ਮਾਫ ਕਰਨਾ ਬਰਾਕ ਓਬਾਮਾ ਸਾਹਿਬ ਸੀਗੇ। ਸੋ ਉਸ ਤੋਂ ਬਾਅਦ ਡੋਨਲਡ ਟਰੰਪ ਸਾਹਿਬ ਨੂੰ ਵੀ ਲਿਆਉਣ ਦੀ ਗੱਲ ਹੋਈ ਪਰ ਡੋਨਲਡ ਟਰੰਪ ਸਾਹਿਬ ਆਪਣੇ ਰੁਝੇਵਿਆਂ ਦੀ ਵਜ੍ਹਾ ਨਾਲ ਨਹੀਂ ਆ ਸਕੇ। ਆਖਰੀ ਈਅਰ ਗੱਲ ਹੋ ਰਹੀ ਸੀ 2020 ਸ਼ਾਇਦ ਹੋਣਗੇ, ਬਟ ਉੱਥੇ ਤੁਹਾਨੂੰ ਪਤਾ US 'ਚ ਬੜਾ ਕੁਝ ਚੱਲਦਾ ਰਹਿੰਦਾ ਹੈ। ਸੋ ਬਰਾਕ ਓਬਾਮਾ ਸਾਹਿਬ ਤੋਂ ਬਾਅਦ 2015 'ਚ ਆਈ ਸੀ, ਫਿਰ ਕੋਈ ਵੀ US ਪ੍ਰੈਜ਼ੀਡੈਂਟ ਨਹੀਂ ਆਇਆ। ਹੋਰ ਹਰ ਵਾਰ ਕੋਈ ਨਾ ਕੋਈ ਸਟੇਟ ਹੈਡ ਉੱਥੇ ਪਹੁੰਚਦਾ ਹੀ ਹੈ। ਸੋ ਹੁਣ ਜੋ ਗੱਲ ਚੱਲ ਰਹੀ ਸੀਗੀ ਕਿ 2024 ਦੇ ਵਿੱਚ ਜਨਵਰੀ 'ਚ ਔਰ 26 ਜਨਵਰੀ ਨੂੰ ਜਿਹੜੀ ਪਰੇਡ ਹੋਣੀ ਸੀ ਰਿਪਬਲਿਕ ਡੇ ਪਰੇਡ, ਉਹਦੇ 'ਚ US ਪ੍ਰੈਜ਼ੀਡੈਂਟ ਜੋ ਬਾਈਡਨ ਸਾਹਿਬ ਨੇ ਹੋਣਾ ਸੀ ਮੁੱਖ ਮਹਿਮਾਨ ਦੇ ਤੌਰ ਦੇ ਉੱਤੇ। ਔਰ ਅਗਲੇ ਦਿਨ 26 ਤਰੀਕ ਤੋਂ ਬਾਅਦ 27 ਦਾ ਵੀ ਇੱਕ ਈਵੈਂਟ ਰੱਖਿਆ ਗਿਆ ਸੀ 27 ਜਨਵਰੀ 2024 ਨੂੰ ਕੁਆਡ ਸਮਿਟ ਉਹਨਾਂ ਨੇ ਰੱਖ ਲਿਆ ਸੀਗਾ ਕਿ US ਪ੍ਰੈਜ਼ੀਡੈਂਟ ਵੀ ਹੋਣਗੇ, ਇੰਡੀਆ ਵੀ ਹੋਏਗਾ ਤੇ ਜਾਪਾਨ ਔਰ ਆਸਟ੍ਰੇਲੀਆ ਦੇ ਲੀਡਰਸ ਨੂੰ ਬੁਲਾ ਲਿਆ ਜਾਏ ਤੇ ਕੁਆਡ ਸਮਿਟ ਵੀ ਕਰ ਦਈਏ। ਕਿਉਂਕਿ ਹੁਣ ਜੋ ਬਾਈਡਨ ਸਾਹਿਬ ਹੀ ਨਹੀਂ ਆ ਰਹੇ ਤੇ ਫਿਰ ਕੁਆਡ ਸਮਿਟ ਵੀ ਕੈਂਸਲ ਕਰਨਾ ਗਿਆ। ਸੋ ਦੋ ਬੜੇ ਸਵਾਲ ਇੰਡੀਆ ਲਈ ਕਿ ਇੱਕ ਤੇ ਜੋ ਬਾਈਡਨ ਸਾਹਿਬ ਨਹੀਂ ਆ ਰਹੇ, ਇੱਕ ਕੁਆਡ ਸਮਿਟ ਵੀ ਖਟਾਈ ਦੇ ਵਿੱਚ ਮਾਮਲਾ ਪੈ ਗਿਆ। ਸੋ ਇਹ ਦੋ ਚੀਜ਼ਾਂ ਡੈਫੀਨਿਟਲੀ ਇੰਡੀਆ ਲਈ ਚੈਲੰਜਿੰਗ ਹੈ। क्या इंडिया पीछे हट रहा है, क्या इंडिया दबाव हेठ आएगा, प्रेशर हेठ आएगा, आने वाला समय दसेगा, पर फिलहाल ऐसा लगता नहीं है। FBI ਦੇ ਜਿਹੜੇ ਡਾਇਰੈਕਟਰ ਨੇ ਉਹ ਇੰਡੀਆ ਗਏ ਹੋਏ ਸੀਗੇ, ਉੱਥੇ ਜਾ ਕੇ ਉਹਨਾਂ ਨੇ ਕਈ ਲੋਕਾਂ ਨਾਲ ਮੁਲਾਕਾਤ ਕੀਤੀ ਇਨਕਲੂਡਿੰਗ ਇੰਡੀਆ ਦੇ NSA ਦੇ ਨਾਲ ਵੀ ਮੁਲਾਕਾਤ ਕੀਤੀ। ਲੇਕਿਨ ਜਿਹੜੇ FBI ਦੇ ਡਾਇਰੈਕਟਰ US ਤੇ ਗਏ ਨੇ ਇੰਡੀਆ, ਤੇ ਇੱਥੇ ਵੀ ਦੱਸ ਦਈਏ ਕਿ ਬੜੇ ਸਾਲਾਂ ਬਾਅਦ ਕੋਈ FBI ਦਾ ਡਾਇਰੈਕਟਰ ਗਿਆ ਇੰਡੀਆ। ਤੇ ਜੇ ਪੁਰਾਣਾ ਦੌਰ ਦੇਖੀਏ ਜਦੋਂ ਹਾਲਾਤ ਵਧੀਆ ਹੁੰਦੇ ਨੇ ਤੇ ਹੋਮ ਮਿਨਿਸਟਰ ਦਾ ਮਿਲਣਾ ਬੜਾ ਸਧਾਰਨ ਜੀ ਗੱਲ ਸੀ, ਲੇਕਿਨ ਇਸ ਵਾਰ ਮੰਨਿਆ ਜਾ ਰਿਹਾ ਹੈ ਕਿ ਹੋਮ ਮਿਨਿਸਟਰ ਜਿਹੜੇ ਇੰਡੀਆ ਦੇ ਨੇ ਉਹਨਾਂ ਨੇ ਸਮੇਂ ਨਹੀਂ ਦਿੱਤਾ ਔਰ ਉਹਨਾਂ ਨੇ US ਜਿਹੜੇ FBI ਦੇ ਡਾਇਰੈਕਟਰ ਨੇ ਉਹਨਾਂ ਦੇ ਨਾਲ ਮੁਲਾਕਾਤ ਨਹੀਂ ਕੀਤੀ। ਸੋ ਇੰਡੀਆ ਵੀ ਕਿਤੇ ਨਾ ਕਿਤੇ ਸਿਗਨਲ ਦੇਣ ਦੀ ਗੱਲ ਕਰ ਰਿਹਾ ਹੈ ਕਿ ਜਿਹੜੇ ਬੰਦੇ ਸਾਨੂੰ ਇੱਥੇ ਵਾਂਟਡ ਨੇ, ਅਮਰੀਕਾ ਉਹਨਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਕਰ ਰਿਹਾ। ਅਮਰੀਕਾ ਦਾ ਇੱਕ ਬਹੁਤ ਬੜਾ ਕੰਸਰਨ ਹੈ ਕਿ US ਸੋਇਲ ਦੇ ਉੱਤੇ ਤੁਸੀਂ ਅਮਰੀਕਨ ਸਿਟੀਜ਼ਨ ਦੇ ਉੱਤੇ ਅਟੈਕ ਕਰਨ ਦੀ ਸਾਜ਼ਿਸ਼ ਕਰ ਰਹੇ ਹੋ। ਇਹ ਤੇ ਬਹੁਤ ਜ਼ਿਆਦਾ ਵੱਡੀ ਗੁਸਤਾਖੀ ਤੁਸੀਂ ਕਰ ਰਹੇ ਹੋ। ਸੋ US ਦਾ ਇਹ ਸੰਦੇਸ਼ ਹੈ, ਸਟਰੋਂਗ ਮੈਸੇਜ ਟੂ ਇੰਡੀਆ, ਵੀ ਟੇਕ ਦਿਸ ਥਿੰਗ ਸੀਰੀਅਸਲੀ। ਇੰਡੀਆ ਆਪਣੇ ਵੱਲੋਂ ਕਹਿ ਰਿਹਾ ਕਿ ਸਾਡੀ ਪਾਲਿਸੀ ਨਹੀਂ ਹੈ ਇਹ। ਇੰਡੀਆ ਆਪਣੇ ਵੱਲੋਂ ਆਪਣੇ ਕੰਸਰਨ ਜਤਾ ਰਿਹਾ ਹੈ ਕਿ ਜੀ ਜਿਨ੍ਹਾਂ ਬੰਦਿਆਂ ਨੂੰ ਅਸੀਂ, ਚਾਹੇ ਉਹ ਕੈਨੇਡਾ ਹੈ ਚਾਹੇ ਅਮਰੀਕਾ ਹੈ, ਕਿ ਜਿਨ੍ਹਾਂ ਬੰਦਿਆਂ ਨੂੰ ਅਸੀਂ ਮੋਸਟ ਵਾਂਟਡ ਕਹਿੰਦੇ ਆ ਜਾਂ ਸਾਨੂੰ ਵਾਂਟਡ ਨੇ ਜਾਂ ਸਾਡੇ ਲਈ ਉਹ ਠੀਕ ਨਹੀਂ ਹੈਗੇ, ਤਾਂ ਤੁਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕਰ ਰਹੇ। ਦਿਸ ਹੈਜ਼ ਬਿਕਮ ਅ ਸਟਿਕੀ ਪੁਆਇੰਟ ਬਿਟਵੀਨ ਕੈਨੇਡਾ ਐਂਡ ਇੰਡੀਆ ਐਂਡ US ਐਂਡ ਆਫ ਕੋਰਸ ਸਮਵਟ ਬਿਟਵੀਨ ਇੰਡੀਆ ਆਸਟ੍ਰੇਲੀਆ ਜਾਂ ਇੰਡੀਆ ਇੰਗਲੈਂਡ ਵੀ ਆ। ਬਟ ਇਸ ਟਾਈਮ ਇਹ ਸਾਹਮਣਾ ਗੁਰਪਤਵੰਤ ਸਿੰਘ ਪੰਨੂ ਔਰ ਹਰਦੀਪ ਸਿੰਘ ਨਿੱਜਰ ਦੇ ਮਾਮਲੇ ਦੀ ਗੱਲਬਾਤ ਜੁੜਦੀ ਨਜ਼ਰ ਆ ਰਹੀ ਹੈ। ਹੁਣ ਜਿਹੜੇ ਐਲੀਗੇਸ਼ਨ ਨੇ ਕਿ CC1, ਕਿਆ ਇਹ ਹੋ ਸਕਦਾ ਹੈ? ਹੁਣ CC1 ਹੁਣ ਹੋਏਗਾ ਕੀ ਹੈ? ਜਿਹੜੀ ਇਨਵੈਸਟੀਗੇਸ਼ਨ ਇੰਡੀਆ ਕਰ ਰਿਹਾ ਹੈ ਇਹਦੇ 'ਚ ਹੋਏਗਾ ਕੀ? ਕੌਣ ਹੈ ਉਹ CC1? ਠੀਕ ਹੈ, ਜਿਹਨੇ ਇੱਕ ਹੋਰ ਸ਼ਖਸ ਨੂੰ ਜਿਹਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਇਸ ਉਹਨਾਂ ਦਾ ਸੰਬੰਧ ਕਿਤੇ ਨਾ ਕਿਤੇ ਡਰੱਗਸ ਦੇ ਨਾਲ ਸੀਗਾ ਔਰ ਉਹ ਬੰਦੇ ਨੂੰ ਇਹ ਕਿਹਾ ਗਿਆ ਵੀ ਜਿਹੜਾ ਤੁਹਾਡਾ ਡਰੱਗਸ ਵਾਲਾ ਕੇਸ, ਐਲੀਗੇਸ਼ਨਸ ਨੇ ਸਾਰੇ, ਨਨ ਆਫ ਥੀਸ ਐਲੀਗੇਸ਼ਨਸ ਹੈਵ ਬੀਨ ਪ੍ਰੂਵਨ ਇਨ ਦ ਕੋਰਟ ਆਫ ਲਾਅ। ਹੁਣ ਇੱਕ ਹੋਰ ਸ਼ਖਸ ਦਾ ਨਾਮ ਜਿਹੜਾ ਕਿਹਾ ਜਾ ਰਿਹਾ ਹੈ ਕਿ ਜੀ ਹਾਂਜੀ ਤੁਹਾਡੇ ਗੁਜਰਾਤ ਦੇ ਵਿੱਚ ਕੇਸ ਮਾਫ ਕਰ ਦਿੱਤਾ ਜਾਏਗਾ, ਇਹ ਉਹਨੂੰ ਜੌਬ ਦਿੱਤੀ ਗਈ ਕਿ ਤੁਸੀਂ
ਅਮਰੀਕਾ ਦੇ ਵਿੱਚ ਔਰ ਕੈਨੇਡਾ ਦੇ ਵਿੱਚ ਇਹ ਸਾਰਾ ਕੁਝ ਕਰਨਾ ਹੈਗਾ। ਸੋ ਕਿਆ ਉਹ ਵਾਕਈ ਐਸਾ ਸੀਗਾ ਜਾਂ ਇੰਡੀਆ ਕੱਲ੍ਹ ਨੂੰ ਕਿਆ ਇਹ ਕਹਿ ਕੇ ਹਟ ਸਕਦਾ ਹੈ ਕਿ ਜੀ ਇਹ ਜਿੱਦਾਂ ਨੌਨ ਸਟੇਟ ਐਕਟਰ ਕਹਿ ਦੇਗਾ ਕਿ ਜੀ ਇਟ ਵਾਜ਼ ਇੰਡੀਆ ਸਟੇਟ। ਹੁਣ ਦੇਖੋ ਟਰੂਡੋ ਸਾਹਿਬ ਤਾਂ ਵਰਡ ਯੂਜ਼ ਕਰ ਰਹੇ ਨੇ ਐਸ ਜਿਹੜਾ ਹੁਣ ਬਿਲਕੁਲ ਲੇਟੈਸਟ ਇਹਦੇ 'ਚ ਕਹਿ ਰਹੇ ਕਿ ਇੰਡੀਅਨ ਗਵਰਨਮੈਂਟ ਵਾਜ਼ ਇਨਵੋਲਵਡ। ਹੁਣ ਤਾਂ ਆਫੀਸ਼ੀਅਲਸ ਵੀ ਪਿੱਛੇ ਰਹਿ ਗਈ ਗੱਲ, ਇੰਡੀਅਨ ਗਵਰਨਮੈਂਟ ਵੀ ਕ੍ਰੈਡੀਬਲ ਐਲੀਗੇਸ਼ਨ ਨੇ ਵੀ ਇੰਡੀਅਨ ਗਵਰਨਮੈਂਟ ਵਾਜ਼ ਇਨਵੋਲਵਡ। ਹੁਣ ਟਰੂਡੋ ਸਾਹਿਬ ਦਾ ਅੱਜ ਦਾ ਤਾਜ਼ਾ ਬਿਆਨ ਵੀ ਆ ਗਿਆ। ਸੋ ਸਵਾਲ ਉਹ ਇੰਡੀਅਨ ਗਵਰਨਮੈਂਟ ਤੇ ਖੜਾ ਕਰੀ ਜਾ ਰਹੇ ਨੇ ਟਰੂਡੋ ਸਾਹਿਬ। ਸੋ ਹੁਣ ਇੱਕ ਤਾਂ ਇਹ ਹੋ ਸਕਦਾ ਹੈ ਕਿ ਜੀ ਉਹ ਕਹਿਣ ਕਿ ਜੀ ਇਹ ਸਮਬਡੀ ਟਰਨਡ ਰੋਗ, ਆਪਣੇ ਆਪ ਹੀ ਇਹਨਾਂ ਨੇ ਪਤਾ ਨਹੀਂ ਕੀ ਚਲਾਇਆ ਹੋਇਆ ਸੀਗਾ, ਨੌਨ ਸਟੇਟ ਐਕਟਰ ਨੇ ਆਪਣੇ ਆਪ ਹੀ ਗੇਮ ਖੇਲਦੇ ਰਹੇ ਬਾਹਰ, ਸਾਨੂੰ ਪਤਾ ਨਹੀਂ ਸੀਗਾ। ਬਟ ਜੇ ਉੱਥੇ ਸਾਬਤ ਹੋ ਗਿਆ ਵੀ ਇਹ ਤਾਂ $1.5 ਲੱਖ ਦੇਣ ਨੂੰ ਤਿਆਰ ਸੀ, ਬਾਅਦ ਚ $1 ਲੱਖ ਦੀ ਗੱਲ ਹੋਈ, ਜਿੱਥੇ ਹਜ਼ਾਰਾਂ ਲੱਖਾਂ ਡਾਲਰ $15,000 ਤਾਂ ਡਿਲੀਵਰ ਵੀ ਹੋ ਗਿਆ। ਉਹ ਕਹਿੰਦੇ ਸਾਡੇ ਕੋਲ ਪ੍ਰੂਫ ਆ, ਫੋਟੋਆਂ ਵੀ ਉਹਨਾਂ ਨੇ ਖਿੱਚ ਕੇ ਦੇ ਦਿੱਤੀਆਂ ਉਹਦੀਆਂ। ਸੋ ਜੇ ਹਜ਼ਾਰਾਂ ਲੱਖਾਂ ਡਾਲਰਾਂ ਦੀ ਗੱਲ ਹੋ ਰਹੀ ਹੈ ਤੇ ਉਹ ਫਿਰ ਕਿਆ ਉਹ ਇੰਡੀਆ ਦੀਆਂ ਸੀਨੀਅਰ ਅਥਾਰਟੀਜ਼ ਦੀ ਮਰਜ਼ੀ ਤੋਂ ਬਿਨਾਂ ਹੀ ਸਾਰਾ ਕੁਝ ਹੋਈ ਜਾ ਰਿਹਾ? ਫਿਰ ਪਿਛਲੇ 10-12 ਸਾਲ ਤੋਂ, ਖਾਸ ਕਰ ਪਿਛਲੇ 3 ਸਾਲਾਂ ਦੇ ਵਿੱਚ, ਮਤਲਬ ਇਹ ਹਰਦੀਪ ਨਿੱਜਰ ਔਰ ਗੁਰਪਤਵੰਤ ਪੰਨੂ ਕੇਸ ਤੋਂ ਬਾਅਦ ਵੀ ਹਰ 10-15 ਦਿਨਾਂ ਦੇ ਵਿੱਚ ਪਾਕਿਸਤਾਨ ਦੇ ਵਿੱਚ ਇੱਕ ਐਸਾ ਬੜਾ ਨਾਮ ਜੋ ਕਿ ਐਂਟੀ ਇੰਡੀਆ ਹੈ, ਉਹਦੇ ਕਤਲ ਦੀ ਖਬਰ ਆ ਜਾਂਦੀ ਹੈ। ਉਹਦੇ ਵਿੱਚ ਚਾਹੇ ਕੋਈ ਕਸ਼ਮੀਰ ਦੇ ਵਿੱਚ ਕੋਈ ਵੱਡੇ ਕੰਮ ਕਰਨ ਦੇ ਐਲੀਗੇਸ਼ਨ ਲੱਗੇ ਹੋਣ ਜਾਂ ਕਿਸੇ ਦੇ ਉੱਤੇ ਕਿ ਜੀ ਕਿਆ ਤੁਸੀਂ ਕ੍ਰਿਮੀਨਲ ਐਕਟੀਵਿਟੀ ਪੰਜਾਬ 'ਚ ਕੀਤੀ ਹੈ, ਕੋਈ ਖਾਲਿਸਤਾਨੀ ਹੋਵੇ। ਸੋ ਉਹਨਾਂ ਦੇ ਨਾਮ ਕੁਛ ਨਾ ਕੁਛ ਐਸਾ ਚੱਲਦਾ ਰਹਿੰਦਾ ਪਾਕਿਸਤਾਨ ਦੇ ਵਿੱਚ। ਹੁਣ ਇਹ ਚੀਜ਼ ਕਿਆ ਹੈ, ਅਮਰੀਕਾ ਦੀ ਇੰਟੈਲੀਜੈਂਸ ਤਾਂ ਬਹੁਤ ਐਕਟਿਵ ਹੈ। ਪਾਕਿਸਤਾਨ ਦੇ ਆਰਮੀ ਜਨਰਲ ਅਸੀਮ ਮੁਨੀਰ ਸਾਹਿਬ ਵੀ ਪਾਕਿਸਤਾਨ ਤੋਂ ਅਮਰੀਕਾ ਟੂਰ ਤੇ ਹੈ ਹੀ ਨੇ, ਸਾਰਿਆਂ ਨੂੰ ਪਤਾ ਹੀ ਹੈ। ਉਹ ਤਾਂ ਸਾਰੀ ਰਿਪੋਰਟ ਦੇ ਰਹੇ ਨੇ, ਦੇ ਆਰ ਵਰਕਿੰਗ ਵੈਰੀ ਕਲੋਜ਼ਲੀ। ਪਾਕਿਸਤਾਨ ਦੀ ਇੰਟੈਲੀਜੈਂਸ, ਪਾਕਿਸਤਾਨ ਦੀ ਆਰਮੀ ਔਰ ਅਮਰੀਕਾ ਦੀ ਇੰਟੈਲੀਜੈਂਸ ਬਹੁਤ ਕਲੋਜ਼ਲੀ ਕੰਮ ਕਰਦੇ ਨੇ। ਔਰ ਹੁਣ ਵੀ ਉਹ ਕਹਿੰਦੇ ਨੇ ਕਿ ਜੀ ਤੁਸੀਂ ਸਾਡੇ ਐਲਾਏ ਹੈਗੇ ਹੋ। ਤੇ ਉਸ ਸਿਲਸਿਲੇ ਦੇ ਵਿੱਚ ਜੇ ਪਾਕਿਸਤਾਨ ਦੇ ਵਿੱਚ ਕੋਈ ਕਤਲ ਦੀਆਂ ਵਾਰਦਾਤਾਂ ਹੋ ਰਹੀਆਂ ਤਾਂ ਉਹ ਕਿੱਦਾਂ ਹੋ ਰਹੀਆਂ, ਕੌਣ ਉਹਦੇ ਪਿੱਛੇ ਆ, ਅਮਰੀਕਾ ਨੂੰ ਤਾਂ ਡੈਫੀਨਿਟਲੀ ਪਤਾ ਹੋਏਗਾ। ਉਹ ਮੈਂ ਨਹੀਂ ਕਹਿੰਦਾ ਕਿ ਇੰਡੀਆ ਕਰਵਾ ਰਿਹਾ, ਕੌਣ ਕਰਵਾ ਰਿਹਾ, ਪਰ ਜੋ ਵੀ ਹੈ ਉਸ ਦੇ ਪਿੱਛੇ ਉਹ ਅਮਰੀਕਾ ਨੂੰ ਡੈਫੀਨਿਟਲੀ ਜ਼ਰੂਰ ਪਤਾ ਹੋਏਗਾ ਇਸ ਦੇ ਬਾਰੇ। ਸੋ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਅਮਰੀਕਾ ਇਜ਼ ਆਸਕਿੰਗ ਆਲ ਥੀਸ ਕੁਐਸਚਨਸ, ਬਟ ਇੰਡੀਆ ਕਿੰਨੀ ਦੇਰ ਤੱਕ ਪੁਸ਼ਬੈਕ ਕਰ ਸਕੇਗਾ, ਇੱਕ ਅਹਿਮ ਸਵਾਲ ਹੈ। ਨਾਮ ਨਾ ਹੀ ਲਾਂ ਤਾਂ ਠੀਕ ਹੈ, ਬਟ ਇੰਡੀਆ ਦੇ ਇੱਕ ਬਹੁਤ ਸੀਨੀਅਰ ਸ਼ਖਸ, ਰॉ ਦੇ ਬੜੇ ਸੀਨੀਅਰ ਸ਼ਖਸ, ਉਹਨਾਂ ਦਾ ਨਾਮ ਵੀ ਕਿਤੇ ਨਾ ਕਿਤੇ ਆਉਂਦਾ ਹੈ ਕਿ ਸ਼ਾਇਦ ਇਹ ਸ਼ਖਸ CC1 ਹੋ ਸਕਦੇ ਨੇ। ਕਾਰਨ ਇਹ ਹੈ ਕਿ ਉਹਨਾਂ ਦੀ ਵੀ ਰਿਟਾਇਰਮੈਂਟ, ਕਿਉਂਕਿ ਜੂਨ 30 ਨੂੰ ਇਹ ਸ਼ਖਸ ਜਿਹੜਾ ਹੈ ਚੈਕ ਰਿਪਬਲਿਕ ਦੇ ਵਿੱਚ ਗ੍ਰਿਫਤਾਰ ਹੁੰਦਾ ਹੈ, ਜੂਨ 30 ਨੂੰ। ਔਰ ਉਹ ਸ਼ਖਸ ਔਰ ਇਹ ਜਿਹੜੇ ਸੀਨੀਅਰ ਰॉ ਦੇ ਬਹੁਤ ਸੀਨੀਅਰ, ਵਨ ਆਫ ਦਾ ਸੀਨੀਅਰ ਮੋਸਟ ਸ਼ਖਸ ਜਿਹੜੇ ਹੈਗੇ ਨੇ CC1, ਇਹ ਤਕਰੀਬਨ ਉਸੇ ਸਮੇਂ ਉਹ ਰਿਟਾਇਰ ਹੁੰਦੇ ਨੇ। ਉਸ ਤੋਂ ਬਾਅਦ ਉਹਨਾਂ ਨੂੰ ਬਹੁਤ ਜ਼ਿਆਦਾ ਸੁਰੱਖਿਆ ਵੀ ਦੇ ਦਿੱਤੀ ਜਾਂਦੀ ਹੈ। ਔਰ ਬਟ ਕੀ ਉਹੀ ਸ਼ਖਸ ਨੇ, ਸਾਡੀ ਕੋਸ਼ਿਸ਼ ਹੁੰਦੀ ਹੈ ਨਾਮ ਤੇ ਤੁਸੀਂ ਇਸ਼ਾਰੇ 'ਚ ਸਮਝ ਗਏ ਹੋਵੋਗੇ, ਬਟ ਅਸੀਂ ਨਹੀਂ ਲੈਣਾ ਚਾਹੁੰਦੇ ਕਿਉਂਕਿ ਜਦ ਤੱਕ ਖਬਰ 100% ਨਾ ਹੋਏ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਨਾ ਹੀ ਜ਼ਿਆਦਾ ਨਾਮ ਡਿਸਕਲੋਜ਼ ਕਰੀਏ। ਤੇ ਲੇਕਿਨ ਉਹਨਾਂ ਦਾ ਨਾਮ ਇਸ ਡੂਇੰਗ ਦ ਰਾਊਂਡਸ ਕਿ ਉਹ ਜਿਹੜੇ ਰॉ ਦੇ ਬੜੇ ਸੀਨੀਅਰ ਅਧਿਕਾਰੀ ਹੈ ਜਿਨ੍ਹਾਂ ਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ CC1 ਹੈ। ਐਂਡ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਅਮਰੀਕਾ ਨੂੰ ਪਤਾ ਹੈ ਕਿ ਕੌਣ ਹੈ CC1। ਇਹ ਬਿਨਾਂ ਪਤਾ ਹੋਣੇ ਨੇ ਥੋੜ੍ਹੀ ਉਹਨਾਂ ਨੇ ਸਾਰਾ ਕੁਝ ਜਾਰੀ ਕਰ ਦੇਣਾ ਸੀਗਾ। ਸੋ ਇਸ ਸਮੇਂ ਇਹ ਟੈਨਸ਼ਨਸ ਨੂੰ ਕਿੱਦਾਂ ਠੀਕ ਕਰਕੇ ਅੱਗੇ ਵਧਿਆ ਜਾਂਦਾ ਹੈ। ਔਰ ਮੇਰੇ ਜ਼ਾਤੀ ਤੌਰ ਤੇ ਇਹੀ ਰਾਏ ਹੈ ਕਿ ਇਹ ਪਾਲਿਸੀ ਠੀਕ ਨਹੀਂ ਹੋਏਗੀ, ਇਹ ਕਾਊਂਟਰ ਪ੍ਰੋਡਕਟਿਵ ਹੋਏਗੀ। ਇੰਡੀਆ ਇਸ ਸਮੇਂ GDP ਵਧੀਆ ਚੱਲ ਰਹੀ ਹੈ, ਹਰ ਕੰਪਨੀ ਇਨਵੈਸਟ ਕਰਨਾ ਚਾਹੁੰਦੀ ਹੈ, ਆਏ ਦਿਨ ਕੋਈ ਨਾ ਕੋਈ ਖਬਰ ਆ ਜਾਂਦੀ ਹੈ। ਅੱਜ ਐਪਲ ਨੇ ਆਪਣੀ ਪ੍ਰੋਡਕਸ਼ਨ ਇੰਨੇ % ਇੰਡੀਆ 'ਚ ਕਰਨੀ ਸਟਾਰਟ ਕਰ ਦਿੱਤੀ। ਕੁਛ ਨਾ ਕੁਛ ਚੰਗੀ ਖਬਰ ਲਗਾਤਾਰ ਇਕਨੋਮਿਕ ਫਰੰਟ ਤੋਂ ਆਉਂਦੀ ਰਹਿੰਦੀ ਹੈ। ਚੈਲੰਜਸ ਜ਼ਰੂਰ ਰਹਿਣਗੇ ਇੰਡੀਆ ਵਾਸਤੇ, ਬਟ ਜਦੋਂ ਇਕਨੋਮੀ ਠੀਕ ਹੈ ਔਰ ਸਾਰਾ ਕੁਝ ਠੀਕ ਹੈ, ਇਸ ਸਮੇਂ ਇੰਡੀਆ ਦੇ ਰਿਲੇਸ਼ਨਸ਼ਿਪ, ਉੱਧਰੋਂ ਰਸ਼ੀਆ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸਾਹਿਬ ਵੀ ਚੰਗੇ ਅਲਫਾਜ਼ ਬੋਲਦੇ ਨੇ, ਇੰਗਲੈਂਡ ਦੇ ਨਾਲ ਵੀ ਠੀਕ ਹੈ, ਰਿਸ਼ੀ ਸੁਨਕ ਸਾਹਿਬ ਵੀ ਸਪੋਰਟ ਕਰਕੇ ਰਾਜੀ ਨੇ, ਆਸਟ੍ਰੇਲੀਆ ਵੀ ਕਹਿੰਦਾ ਹੈ ਜੀ ਕਿ ਮੋਦੀ ਸਾਹਿਬ ਇਜ਼ ਦਾ ਬੌਸ, ਔਰ US ਦੇ ਨਾਲ ਵੀ ਵਧੀਆ ਚੱਲ ਰਿਹਾ ਸੀਗਾ ਚਾਈਨਾ ਨੂੰ ਕਾਊਂਟਰ ਬੈਲੈਂਸ ਕਰਨ ਲਈ। ਦੋਨਾਂ ਨੂੰ ਇੱਕ ਦੂਸਰੇ ਦੀ ਜ਼ਰੂਰਤ ਹੈ, ਇੰਡੀਆ ਨੂੰ ਵੀ ਜ਼ਰੂਰਤ ਹੈ ਅਮਰੀਕਾ ਦੀ, ਔਰ ਅਮਰੀਕਾ ਨੂੰ ਵੀ ਜ਼ਰੂਰਤ ਹੈ ਇੰਡੀਆ ਦੀ। ਸੋ ਜਦੋਂ ਇਹ ਸਾਰਾ ਕੁਝ ਚੱਲ ਰਿਹਾ ਔਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ ਇਸ ਸਾਰੀ ਗੱਲ ਨੂੰ ਡਿਟਰ ਕਰਨ ਲਈ ਕਹਿ ਰਹੇ ਨੇ, ਔਰ ਟਰੂਡੋ ਸਾਹਿਬ ਦੇ ਆਪਣੇ ਬਿਆਨ ਨੇ ਕਿ ਵੀ ਡੋਂਟ ਵਾਂਟ ਟੂ ਪਿਕ ਫਾਈਟ ਵਿਦ ਇੰਡੀਆ, ਇੰਡੀਆ ਦੇ ਨਾਲ ਅਸੀਂ ਲੜਨਾ ਨਹੀਂ ਚਾਹੁੰਦੇ, ਅਸੀਂ ਇੰਡੀਆ ਦੇ ਨਾਲ ਵਧੀਆ ਤਾਲੁਕਾਤ ਬਣਾਉਣਾ ਚਾਹੁੰਦੇ। ਇਹ ਸਾਰਾ ਕੁਝ ਕਹੀ ਜਾ ਰਹੇ ਨੇ, ਠੀਕ ਹੈ। ਉਹਨਾਂ ਨੇ ਕਿਹਾ ਵੀ ਹਾਂ ਇਹ ਬੜਾ ਮੇਜਰ ਇਸ਼ੂ ਹੈ, ਅਸੀਂ ਚਾਹੁੰਦੇ ਇੰਡੀਆ ਨੂੰ ਸੀਰੀਅਸਲੀ ਲਵੇ, ਬਟ ਰਿਲੇਸ਼ਨਸ਼ਿਪ ਤਾਂ ਉਹ ਵੀ ਇੰਡੀਆ ਨਾਲ ਵਧੀਆ ਹੀ ਚਾਹੁੰਦੇ ਨੇ। ਔਰ ਜੇ ਅਸੀਂ ਟਾਈਮਲਾਈਨ ਦੇਖੀਏ ਤੇ ਮਈ ਜੂਨ ਦੇ ਆਸ-ਪਾਸ ਜਦੋਂ ਅਮਰੀਕਾ ਨੂੰ ਇਹ ਸਾਰੀਆਂ ਚੀਜ਼ਾਂ ਪਤਾ ਲੱਗਦੀਆਂ ਨੇ, 18 ਜੂਨ ਨੂੰ ਜਦੋਂ
ਹਰਦੀਪ ਨਿੱਜਰ ਸਾਹਿਬ ਦਾ ਕਤਲ ਹੁੰਦਾ ਹੈ ਤੇ 48 ਘੰਟੇ ਦੇ ਵਿੱਚ 48 ਆਵਰਸ ਬਾਅਦ 18 ਜੂਨ 2023 ਨੂੰ ਕਤਲ ਹੁੰਦਾ ਹੈ। 20 ਜੂਨ ਨੂੰ ਅਸੀਂ ਦੇਖਦੇ ਹਾਂ ਕਿ ਮੋਦੀ ਸਾਹਿਬ US ਵਿੱਚ ਲੈਂਡ ਕਰਦੇ ਆ, ਪੂਰਾ ਸਵਾਗਤ ਹੋ ਰਿਹਾ ਉਹਨਾਂ ਦਾ ਜ਼ੋਰਦਾਰ, ਦੋਨੋਂ ਹਾਊਸਿਸ ਨੂੰ ਜੁਆਇੰਟ ਸੈਸ਼ਨ ਨੂੰ ਸੰਬੋਧਿਤ ਕਰ ਰਹੇ ਨੇ ਉਹ, ਡੈਮੋਕ੍ਰੈਟਸ ਕੀ ਰਿਪਬਲਿਕਨਸ ਕੀ ਸਭ ਲਾਈਨ ਲਗਾ ਕੇ ਉਹਨਾਂ ਦੇ ਨਾਲ ਸੈਲਫੀਆਂ ਕਰਾ ਰਹੇ ਨੇ ਉੱਥੇ, ਔਰ ਸਟੇਟ ਡਿਨਰ ਉਹਨਾਂ ਦੇ ਲਈ ਆਰਗੇਨਾਈਜ਼ ਕੀਤਾ ਜਾ ਰਿਹਾ। ਇੱਕ ਅਲੱਗ ਡਿਨਰ ਸੀਗਾ ਜਿਹਦੇ ਵਿੱਚ ਕਿ ਜੋ ਬਾਈਡਨ ਸਾਹਿਬ ਔਰ ਉਹਨਾਂ ਦੀ ਵਾਈਫ ਜਿਲ ਔਰ ਇਹਨਾਂ ਨੇ ਵੱਖਰਾ ਇੱਕ ਡਿਨਰ ਕੀਤਾ। ਬਾਅਦ 'ਚ ਸਾਰਿਆਂ ਨੂੰ ਜਿਹੜੇ ਬੜੇ ਬੜੇ ਹਸਤੀਆਂ ਸਾਰੀਆਂ ਪਹੁੰਚੀਆਂ ਸੀ, ਸਟੇਟ ਡਿਨਰ ਉਹਨਾਂ ਦੇ ਆਨਰ 'ਚ ਹੋ ਰਿਹਾ, ਬਿਜ਼ਨਸਮੈਨ ਨੂੰ ਮਿਲ ਰਹੇ ਨੇ, ਔਰ ਇਹ ਸਾਰਾ ਤੇ ਚੱਲ ਹੀ ਰਿਹਾ ਹੈ, ਠੀਕ ਹੈ। ਔਰ G20 ਸਮਿਟ ਜਿਹੜਾ ਫਿਰ ਉਹ ਅਟੈਂਡ ਕਰਨ ਗਏ ਜੋ ਬਾਈਡਨ ਸਾਹਿਬ, ਵਾਈਫ ਹਾਲਾਂਕਿ ਉਹਨਾਂ ਨੂੰ ਕੋਵਿਡ ਹੋ ਗਿਆ ਸੀ ਉਹਦੇ ਬਾਵਜੂਦ ਅਟੈਂਡ ਕਰਕੇ ਆਏ, ਉੱਥੇ ਵੀ ਐਗਰੀਮੈਂਟਸ ਹੋ ਰਹੇ ਨੇ। ਬੜੀਆਂ ਸਾਰੀਆਂ ਤਸਵੀਰਾਂ ਅਸੀਂ ਤੁਹਾਨੂੰ ਤਸਵੀਰਾਂ ਸਿਰਫ ਦਿਖਾਵਾਂਗੇ G20 ਸਮਿਟ ਦੀਆਂ ਵੀ ਦਿਖਾ ਦਿੰਦੇ, ਉੱਥੇ ਬੜਾ ਆਪਸ ਦੇ ਵਿੱਚ ਜੋ ਬਾਈਡਨ ਸਾਹਿਬ ਔਰ ਮੋਦੀ ਸਾਹਿਬ ਲਗਾਤਾਰ ਉੱਥੇ ਵੀ ਬਹੁਤ ਵਧੀਆ ਇਹਨਾਂ ਦੀਆਂ ਮੁਲਾਕਾਤਾਂ ਹੋ ਰਹੀਆਂ। ਫਿਰ S ਜੈਸ਼ੰਕਰ ਸਾਹਿਬ ਸੈਪਟੈਂਬਰ ਦੇ ਮਹੀਨੇ ਦੇ ਵਿੱਚ US ਆ ਜਾਂਦੇ ਨੇ, ਉੱਥੇ ਸਭ ਨਾਲ ਹੀ ਮਿਲਦੇ ਨੇ। ਸੈਕਟਰੀ ਆਫ ਸਟੇਟ ਫॉर ਫੋਰਨ ਅਫੇਅਰਸ ਤਾਂ ਮਿਲਣਾ ਹੀ ਸੀਗਾ ਐਂਥਨੀ ਬਲਿੰਕਨ ਦੇ ਨਾਲ, ਉਹ ਤੇ ਦੇਅਰ ਕਾਊਂਟਰ ਪਾਰਟਸ, ਲੇਕਿਨ ਸੈਕਟਰੀ ਆਫ ਸਟੇਟ ਫॉर ਡਿਫੈਂਸ ਦੇ ਨਾਲ ਵੀ ਮੁਲਾਕਾਤ ਕਰਦੇ ਨੇ, ਸੈਕਟਰੀ ਆਫ ਸਟੇਟ ਫॉर ਫਾਈਨੈਂਸ ਮਤਲਬ ਕਿ ਫਾਈਨੈਂਸ ਮਿਨਿਸਟਰ ਦੇ ਨਾਲ, ਡਿਫੈਂਸ ਮਿਨਿਸਟਰ, ਸਭ ਨਾਲ ਮੁਲਾਕਾਤਾਂ ਹੋ ਰਹੀਆਂ ਨੇ S ਜੈਸ਼ੰਕਰ ਸਾਹਿਬ ਦੀਆਂ। ਮਤਲਬ ਇੰਡੀਆ ਨਾਲ ਵਧੀਆ ਰਿਲੇਸ਼ਨਸ਼ਿਪ ਚੱਲ ਰਿਹਾ ਹੈ। ਸੈਪਟੈਂਬਰ ਇਹ ਮਾਮਲਾ ਤੇ ਜੂਨ ਦਾ, ਜੂਨ ਦੇ ਵਿੱਚ ਤਾਂ ਰੁਕ ਵੀ ਗਿਆ ਸੀ ਇੱਕ ਤਰ੍ਹਾਂ ਮਾਮਲਾ, ਕਿ ਅੱਗੇ ਨਹੀਂ ਸੀ ਵਧ ਰਿਹਾ ਕਿਉਂਕਿ ਇੱਕ ਸ਼ਖਸ ਨੂੰ ਚੈਕ ਰਿਪਬਲਿਕ ਤੋਂ ਗ੍ਰਿਫਤਾਰ ਵੀ ਕਰ ਲਿਆ ਗਿਆ ਔਰ ਮਾਮਲਾ ਨਿਊਯਾਰਕ ਦੀ ਅਦਾਲਤ ਦੇ ਵਿੱਚ ਵੀ ਪੇਸ਼ ਕਰ ਦਿੱਤਾ ਗਿਆ। ਸੋ ਜੂਨ 30 ਤੱਕ ਇਹ ਹੋ ਗਿਆ ਸਾਰਾ ਕੁਝ। ਸੋ ਜੂਨ ਦੇ ਵਿੱਚ ਇਹ ਸਾਰਾ ਕੁਝ, ਲੇਕਿਨ ਇੱਧਰ ਮਾਮਲੇ ਬੜੇ ਵਧੀਆ ਚੱਲ ਰਹੇ ਨੇ ਜੂਨ ਦੇ ਵਿੱਚ। ਫਿਰ ਜੁਲਾਈ ਆ ਗਿਆ, ਅਗਸਤ ਆ ਗਿਆ, ਸੈਪਟੈਂਬਰ ਆ ਗਿਆ, ਅਕਤੂਬਰ ਆ ਗਿਆ। ਅਕਤੂਬਰ ਦੇ ਵਿੱਚ 2+2 ਡਾਇਲੌਗ ਹੋ ਰਿਹਾ ਹੈ ਇੰਡੀਆ ਦੇ ਵਿੱਚ। ਅਮਰੀਕਾ ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਤੋਂ ਬਾਅਦ ਦੋ ਸਭ ਤੋਂ ਬੜੇ ਕੈਬਨਿਟ ਪੋਰਟਫੋਲੀਓ ਫੋਰਨ ਮਿਨਿਸਟਰ ਜਿਹਨੂੰ US ਸੈਕਟਰੀ ਆਫ ਸਟੇਟ ਕਿਹਾ ਜਾਂਦਾ ਹੈ ਔਰ US ਸੈਕਟਰੀ ਆਫ ਡਿਫੈਂਸ ਯਾਨੀ ਕਿ ਡਿਫੈਂਸ ਮਿਨਿਸਟਰ, ਉਹ ਇੰਡੀਆ ਜਾ ਰਹੇ ਨੇ, 2+2 ਡਾਇਲੌਗ ਉੱਥੇ ਕਰ ਰਹੇ ਨੇ। ਸੋ ਸਾਰਾ ਕੁਝ ਅੱਗੇ ਵੱਧ ਰਿਹਾ ਹੈ। ਸੋ ਦੇਖਦੇ ਹਾਂ ਕਿ ਇਹ ਸਾਰਾ ਜਿਹੜਾ ਮਾਮਲਾ ਹੈ ਉਹ ਅੱਗੇ ਕਿਸ ਦਿਸ਼ਾ ਵੱਲ ਜਾਂਦਾ ਹੈ, ਪਰ ਫਿਲਹਾਲ ਔਨ ਦ ਫੇਸ ਆਫ ਇਟ ਲੁਕਸ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਸੋਲਵ ਕਰਕੇ ਇੰਡੀਆ, ਅਮਰੀਕਾ ਔਰ ਕੈਨੇਡਾ ਵੀ, ਦੇਰ ਆਲ ਡੈਮੋਕ੍ਰੈਟਿਕ ਕੰਟਰੀਜ਼, ਇਸ ਮਾਮਲੇ ਨੂੰ ਸੁਲਝਾ ਕੇ ਅੱਗੇ ਵਧਣਗੇ। ਜੀ The biggest South Asian media group, Y Media.